सिर तर तली गली मेरी आवो, इत मारग पैर तरी जय, सिर दीजय कान न कीजय, इत मारग पैर तरी जय, सिर दीजय कान न कीजय। शब्दावतार बाणी दे बोहत, जुगोह जुग अटल परम सन्मान योग, परम सत्कार योग, चवर छतर तख्त के मालिक साहिबे कबाल साहिबे बरकत साहिबे कमाल, मुर्शदे कामल कामले रहबर, रोशने चिराग नूरे नज़र, पीरां दे पीर बाबियां दे बाबे, जोगियां दे जोगी, नाथां दे नाथ, रहबरां दे रहबर, गुरुआं दे गुरु, धन धन पिता साहिब गुरु ग्रंथ साहिब जी दी पावन हजूरी विच जुड़ बैठ के महान शख्सियतां संत बाबा सीतल सिंह जी, संत बाबा हिम्मत सिंह जी महाराज ਅਤੇ संत मोहन सिंह जी ਦੀ ਮਿੱਠੀ ਯਾਦ ਨੂੰ ਸਮਰਪਿਤ ਨਾਲ ਖਾਲਸਾ ਸਾਜਨਾ ਦਿਵਸ ਨੂੰ ਵੀ ਸਮਰਪਿਤ ਕੀਤਾ ਇਸ ਸਮਾਗਮ। ਸੋ ਉਹ ਉਹਨਾਂ ਮਹਾਨ ਸ਼ਖਸੀਅਤਾਂ ਦੀ ਯਾਦ ਮਨਾ ਰਹੀ ਸਨਮਾਨਯੋਗ ਸਾਧ ਸੰਗਤ ਜੀਓ ਅਤੇ ਲਵਾਣਾ ਨਿਸ਼ਕਾਮ ਸੇਵਕ ਜਥੇ ਦੇ ਨੌਜਵਾਨ ਵੀਰ, ਗੁਰੂ ਕੀ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਯਾਦ ਮਨਾ ਰਹੇ ਹਾਂ ਤੇ ਯਾਦ ਪਤਾ ਕਿਹਨਾਂ ਦੀ ਮਨਾਈ ਜਾਂਦੀ ਹੈ? ਜੋ ਦੁਨੀਆ ਵਿੱਚੋਂ ਕਦੀ ਮਰਦੇ ਨਹੀਂ ਨੇ, ਜੋ ਮਰ ਕੇ ਵੀ ਸਾਡੀ ਯਾਦਾਂ 'ਚ ਜਿੰਦਾ ਰਹਿੰਦੇ ਨੇ। ਇੱਕ ਨਾ ਗੱਲ ਨੂੰ ਬੜਾ ਵਧੀਆ ਤਰੀਕੇ ਨਾਲ ਸਮਝਣਾ, ਭੁੱਲ ਤੋਂ ਵੱਡੀ ਕੋਈ ਦੂਰੀ ਨਹੀਂ, ਯਾਦ ਤੋਂ ਵੱਡੀ ਕੋਈ ਨਜ਼ਦੀਕੀ ਨਹੀਂ। ਬੰਦਾ ਨਾ ਸਕੂਟਰ ਕਾਰ ਦੀ ਚਾਬੀ ਚੁੱਕਦਾ ਹੈ ਤੇ ਜੇਬ ਵਿੱਚ ਪਾ ਲੈਂਦਾ, ਇੱਕ ਪਲ ਬਾਅਦ ਭੁੱਲ ਗਿਆ, ਰੌਲਾ ਪਾਇਆ ਮੇਰੀ ਚਾਬੀ ਕਿੱਥੇ, ਚਾਬੀ ਮੈਨੂੰ ਛੇਤੀ ਪੁੱਜਣਾ ਹੈ। ਸਾਰੇ ਲੱਭਦੇ ਨੇ, ਕਿਸੇ ਨੇ ਕਿਹਾ ਜੇਬ ਵਿੱਚ ਤਾਂ ਵੇਖੋ, ਕਹਿੰਦਾ ਮੇਰੀ ਜੇਬ ਵਿੱਚ ਕਿੱਥੇ ਹੈ, ਪਰ ਜਦ ਹੱਥ ਮਾਰਿਆ ਚਾਬੀ ਉੱਥੇ ਸੀ, ਸ਼ਰਮਿੰਦਾ ਹੋਇਆ। ਹੁਣ ਜੇਬ ਤੋਂ ਬੰਦੇ ਦੀ ਦੂਰੀ ਕਿੰਨੀ ਕੁ ਹੈ, ਪਰ ਭੁੱਲ ਵੱਡੀ ਦੂਰੀ, ਯਾਦ ਬਹੁਤ ਨਜ਼ਦੀਕੀ ਹੈ। ਬੰਦਾ ਚਸ਼ਮਾ ਪਾ ਕੇ ਪੜ੍ਹ ਰਿਹਾ ਹੁੰਦਾ ਹੈ ਤੇ ਪੜ੍ਹਦਿਆਂ ਪੜ੍ਹਦਿਆਂ ਐਨਕ ਉੱਪਰ ਕਰ ਲਈ ਤੇ ਇੱਕ ਛਿਨ ਬਾਅਦ ਭੁੱਲ ਗਿਆ, ਰੌਲਾ ਪਾ ਦਿੱਤਾ ਵੀ ਚਸ਼ਮਾ ਕਿੱਥੇ, ਕਿਸੇ ਨੇ ਕਿਹਾ ਮੱਥੇ ਉੱਤੇ ਤਾਂ ਹੈ, ਮੱਥੇ ਉੱਤੇ ਤਾਂ ਹੈ। ਹੁਣ ਅੱਖ ਤੋਂ ਮਸਤਕ ਦੀ ਦੂਰੀ ਕਿੰਨੀ ਕੁ ਹੈ, ਪਰ ਭੁੱਲ ਵੱਡੀ ਦੂਰੀ, ਯਾਦ ਬਹੁਤ ਨਜ਼ਦੀਕੀ। ਯਾਦ ਰੱਖਣਾ ਇਹ ਜੋ ਮਹਾਨ ਸ਼ਖਸੀਅਤਾਂ ਸੰਤ ਬਾਬਾ ਸੀਤਲ ਸਿੰਘ ਜੀ, ਸੰਤ ਬਾਬਾ ਹਿੰਮਤ ਸਿੰਘ ਜੀ, ਸੰਤ ਮੋਹਨ ਸਿੰਘ ਜੀ, ਇਹ ਸ਼ਖਸੀਅਤਾਂ ਇਹ ਸਾਡੇ ਤੋਂ ਦੂਰ ਨਹੀਂ ਹਨ, ਕਿਉਂਕਿ ਸਾਡੀ ਯਾਦਾਂ ਵਿੱਚ ਨੇ। ਇਹਨਾਂ ਦੀ ਅਸੀਂ ਹਰ ਸਾਲ ਯਾਦ ਮਨਾਉਂਦੇ ਹਾਂ ਤੇ ਮਰੇ ਨਹੀਂ ਨੇ, ਹਮੇਸ਼ਾ ਲਈ ਜਿੰਦਾ ਨੇ। ਬਸ ਇਹ ਸਬਜੈਕਟ ਕੁਝ ਮਿੰਟਾਂ 'ਚ 20-22 ਮਿੰਟਾਂ 'ਚ ਵਿਚਾਰ ਕੇ ਤੇ ਮੈਂ ਖਿਮਾ ਦਾ ਜਾਚਕ ਹੋਵਾਂਗਾ ਕਿ ਕੋਈ ਸਵੇਰੇ ਦਾਸ ਨੇ ਗੁਰਦੁਆਰਾ ਸਾਹਿਬ ਹਾਜ਼ਰੀ ਭਰ ਕੇ ਛੇਤੀ ਨਿਕਲਣਾ, ਮਨਸੂਰੀ ਤੇ ਦੇਹਰਾਦੂਨ ਕੁਝ ਪ੍ਰੋਗਰਾਮ ਨੇ, ਭੁੱਲ ਨਾ ਜਾਵਾਂ। ਮੇਰੇ ਬਹੁਤ ਪਿਆਰੇ ਵੀਰ ਨੇ ਬਲਵੰਤ ਸਿੰਘ ਜੀ, ਤੇ ਵਾਕਈ ਇਹਨਾਂ ਦਾ ਹੁਕਮ ਆਇਆ ਸੀ, ਪਰ ਹਰਮੀਤ ਸਿੰਘ ਖਾਲਸਾ ਜੀ ਦੇ ਪ੍ਰੋਗਰਾਮ ਉੱਤਰਾਖੰਡ ਸਾਈਡ ਸੀਗੇ ਤੇ ਪਿੰਡ ਵੀ ਕੁਝ ਰੁਝੇਵੇਂ ਸਨ, ਤੇ ਕੱਲ ਫਿਰ ਉਹਨਾਂ ਨੇ ਦੇਹਰਾਦੂਨ ਨਿਕਲਣਾ ਹੈ ਤੇ 3 ਜੂਨ ਨੂੰ ਉੱਥੇ ਸ਼ਹੀਦੀ ਗੁਰਪੁਰਬ ਹੈ। ਪਰ ਤੁਹਾਡੇ ਸਭ ਦੇ ਅਸੀਂ ਤਾਬੇਦਾਰ ਹਾਂ। ਇਹ ਜੋ ਜਿੰਨੇ ਵੀਰ ਬੈਠੇ ਨੇ ਨਾ, ਮੈਂ ਸਾਹਮਣੇ ਵੇਖ ਰਿਹਾ, ਇਹਨਾਂ ਨਾਲ ਤੀਰਥ ਸਿੰਘ ਜੀ ਤੇ ਉਧਰ ਬਾਬੂ ਸਿੰਘ ਬੈਠੇ ਨੇ, ਇੱਧਰ ਜਿਤਨੇ ਵੀਰ ਸਤਨਾਮ ਸਿੰਘ ਤੇ ਕੁਛ ਨਾਮ ਮੈਂ ਜੀ ਵੀਰ ਸਾਰੇ ਹੈ ਨਾ, ਇਹ ਇਹਨਾਂ ਨਾਲ ਇੱਥੇ 830 ਖਿਆਲਾ ਰਹਿ ਕੇ ਤੇ ਪਰਿਵਾਰ ਵਾਂਗ ਵਿਚਰੇ ਹਾਂ। ਇਸ ਕਰਕੇ ਹਮੇਸ਼ਾ ਹੀ ਅਸੀਂ ਤੁਹਾਡੇ ਤਾਬੇਦਾਰ ਹਾਂ। ਜਿਹੜਾ ਮਨੁੱਖ ਆਪਣੀ ਜੜ ਨਾਲ ਜੁੜਿਆ ਰਹਿੰਦਾ ਨਾ, ਉਹ ਕਦੀ ਡਿੱਗਦਾ ਨਹੀਂ ਹੈ। ਭਾਵੇਂ
भावें जितने मर्जी झक्खड़ झुल्लण। मस्कीन जी एक गल कहंदे हुंदे सन कि जद कोई अगे वध रहा होवे ना ते उहनूं खिच्चण वाले बहुत हुंदे ने, थल्ले डेगण वाले बहुत हुंदे ने। अज सीगा संत समागम, संत बाबा सुखदेव सिंह जी भी पुजे सन ते बुद्धिजीवी इकट्ठे हुए सन रकाबगंज। ते उत्थे यही गल बाबा लखा सिंह जी नानकसर वालियां ने कहा कि साडे पंथ च एक कमजोरी है कि जिस तरह जो भी अगे वध रहा ते ओदी लत्तां खिच के थल्ले सुट्टो, पर दूजे धर्मां च ईसाई धर्म क्यों अगे वध रहा है? क्योंकि वो अपने धार्मिक लोगों का बहुत सत्कार करते हैं। तो मस्कीन जी कहते होंदे सन कि जद कोई किसी का कुछ बिगाड़ नहीं पाउंदा ना ते निंदा करके अपना झस पूरा करता है, वो अपने वल्लों चिक्कड़ सुट्टना चाहुंदा है। पर एक गल है कि जद गुरु इज्जत देण ते आवे ते कोई खो नहीं सकता, ते जदों खोण ते आवे ते कोई रख नहीं सकता। इस करके इज्जत मंगनी है ते केवल गुरु तो। ते इन्हां शख्सियतां ने गुरु नूं समर्पित होके इज्जत मंगी ते रहंदी दुनिया तक कायम रहेगी। वो मरे नहीं ने, वो हमेशा लिए जिंदा ने। मैंने एकाग्रता मेरी बेटियां मातावां भैणां दी बहुत मिल रही। मैं दूर तक देख रहा, बिल्कुल गर्दनां सीधियां करके तुसी बैठे हो। इधर मैं वीर नौजवान बुजुर्ग उत्थे तक वेख रहा, बिल्कुल तुसी सुचेत होके बैठे हो। याद रखना गुरुद्वारे बैठण दा तरीका भी यही है। देखो दुनिया के हर एक बंदे की दौड़ है, दुख सारे घरों बाहर कढ़द्या सुख घर च ले आवां, दुखों की पंड चुक के बाहर सटावां, सुखों की पंड घर च ले आवां। पर जितना असी सुखों के पिछे दौड़ते हैं उतने दुख अगे आउंदे ने। पुछिए सतगुरु दुख किस तरह दूर होणगे? ते साहब पता कहंदे ने, की कहंदे ने? कहंदे जद भी गुरुद्वारे गया ना गुरु की हजूरी, गावीए सुनीए मन रखिए भाऊ। मन दे च प्रेम शरदा प्यार लैके गाउणा है ते कीर्तन कथा दे रूप च सुनना है। ते फिर होवेगा कि दुख पर हर सुख कर लै जाए। दुख तेरे दूर हो जाणगे, सुखां नूं घर नूं लैके जावेंगा। आओ कुछ मिनटां लई उन्हां महान शख्सियतां नूं जो मरे नहीं ने, जिंदा ने, उन्हां नूं समर्पित कुछ श्रद्धांजलि दईए। करो कृपा, मन जे किते भटक रहा है, मन नूं आवाज मारो, मन परदेसी वे प्यारे आओ घरे, ते गज के उचारण करो सतनाम श्री वाहिगुरु। एक बारी फिर आखो सतनाम श्री वाहिगुरु। शब्द मरो फिर जीवो सदई, तां फिर मरण ना होई। देखो गुरमत कैसी फिलासफी है। कहते पहला मर जाओ फिर हमेशा लिए जिंदा हो जाओगे, फिर मरना होवेगा ही नहीं। हुण ये किहो जी मौत है? ये किहो जी मौत है कि कोई फाहा लै लवे, जहर खा लवे? कहते नहीं, ये मरण का तरीका कुछ वखरा है। 3 प्रकार की मौत मुख तौर पर मनी गई है। पहली मौत है शरीरक मौत। शरीरक मौत तो अज तक कोई बच नहीं सकिया। राणा राव ना को रहे रंग ना तो फकीर, वारी आपो अपनी कोई ना बंधे धीर। शरीरक मौत की है? शरीर किसी एक्सीडेंट दे च टुट भज जावे, रोगां सोगां दे करके खत्म हो जावे, या अखीर बुढ़ापे दे करके खत्म हो जावे। असी कहंदे हां बंदा मर गया। पंथ दी अजीम शख्सियत सत्कार योग सरदार आत्मा सिंह जी लबाना, वाइस प्रेजिडेंट दिल्ली से गुरुद्वारा प्रबंधक कमेटी पुजे ने। अज सारा दिन इन्हां दे भी बड़े रुझेवे रहे ने, पर जी आया नूं दास अर्ज कर रहा सी कि पहली मौत है शरीरक मौत। शरीरक मौत तो अज तक कोई बच नहीं सकिया। शरीरक मौत की है? शरीर एक्सीडेंट दे टुट भज जावे, या रोगां सोगां दे करके खत्म हो जावे, या बुढ़ापे दे करके खत्म हो जावे, असी कहंदे बंदा मर गया। ते दूजी मौत किहड़ी है? दूजी मौत है आत्मक मौत। बंदा तुरदा फिरदा नजर आ रहा है, अत सुंदर कुलीन चतुर मुख ज्ञानी तनवंत, मृतक कहिया नानका जह प्रीत नहीं भगवंत। कोई अत सोहना होवे, चतुर चलाक बड़ा होवे, मुखों ज्ञान दियां गल्लां करन वाला होवे,
ਤੇ ਧਨਵਾਨ ਵੀ ਹੋਵੇ। ਇਹ ਪੰਜੇ ਵਡਿਆਈਆਂ ਕਿਸੇ ਇੱਕ ਵਿੱਚ ਤੇ ਨਹੀਂ ਹੋ ਸਕਦੀ ਹੈ, ਕੋਈ ਨਾ ਕੋਈ ਤੇ ਘਾਟ ਕਮੀ ਹੁੰਦੀ ਹੈ, ਪਰ ਮੰਨ ਲਓ ਕਿਸੇ 'ਚ ਪੰਜੇ ਵਡਿਆਈਆਂ ਨੇ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜੇ ਉਹਨੂੰ ਮਾਲਕ ਵਾਹਿਗੁਰੂ ਜੀ ਨਾਲ ਨਾਮ ਨਾਲ ਪ੍ਰੀਤ ਨਹੀਂ ਨਾ ਤੇ ਉਹ ਮੁਰਦੇ ਤੋਂ ਵੱਧ ਕੁਝ ਨਹੀਂ ਹੈ। ਯਾਦ ਰੱਖਣਾ, ਸਰੀਰਕ ਮੌਤ ਨਹੀਂ ਹੁੰਦੀ, ਕਿਉਂਕਿ ਮਰਦਾ ਕੀ ਹੈ, ਕੌਣ ਮੁਹਾਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕੌਣ ਟੇਕ। ਪੰਜ ਤੱਤ ਨੇ ਨਾ ਇਹ ਸਰੀਰ ਬਣਿਆ, ਉਹ ਪੰਜ ਤੱਤ ਚ ਮਿਲ ਗਿਆ। ਆਤਮਾ ਤੇ ਕਦੀ ਮਰਦੀ ਨਹੀਂ, ਉਹ ਤੇ ਪਰਮਾਤਮਾ ਦਾ ਰੂਪ ਹੈ, ਉਹ ਮਰਦੀ ਨਹੀਂ ਹੈ। ਤੇ ਮਰਦਾ ਕੀ ਹੈ, ਬੰਦਾ ਕਦ ਮਰਦਾ, ਕਹਿੰਦੇ ਜਦੋਂ ਉਹਦਾ ਜ਼ਮੀਰ ਮਰ ਜਾਂਦਾ ਹੈ, ਉਹਦਾ ਅੰਦਰ ਮਰ ਜਾਂਦਾ ਹੈ, ਉਦੋਂ ਕਹਿੰਦੇ ਉਹਦੀ ਮੌਤ ਹੈ। ਉਹ ਬੰਦਾ ਤੁਰਦਾ ਫਿਰਦਾ ਨਜ਼ਰ ਆ ਰਿਹਾ ਪਰ ਮੁਰਦੇ ਤੋਂ ਵੱਧ ਕੁਝ ਨਹੀਂ। ਮਿਰਤਕ ਕਹੀਆਂ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ। ਤੇ ਤੀਜੀ ਮੌਤ ਹੈ ਅਧਿਆਤਮਕ ਮੌਤ, ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਮੌਤ ਸੰਤ ਬਾਬਾ ਸੀਤਲ ਸਿੰਘ, ਸੰਤ ਬਾਬਾ ਹਿੰਮਤ ਸਿੰਘ ਜੀ ਵਰਗੀ ਸ਼ਖਸੀਅਤਾਂ, ਬਾਬਾ ਕਬੀਰ ਸਾਹਿਬ ਜੀ, ਬਾਬਾ ਰਵਿਦਾਸ ਜੀ ਵਰਗੀ ਸ਼ਖਸੀਅਤਾਂ, ਇਹ ਉਹ ਮੌਤ ਮਰੇ ਤੇ ਮੌਤ ਮਰੇ ਨਹੀਂ, ਮਰ ਕੇ ਜਿੰਦਾ ਹੋ ਗਏ। ਇਹ ਕਿਹੜੀ ਮੌਤ ਹੈ? ਇਹ ਅਧਿਆਤਮਕ ਮੌਤ ਹੈ। ਸ਼ਬਦ ਮਰੋ ਫਿਰ ਜੀਵਹੁ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਕਹਿੰਦੇ ਸ਼ਬਦ ਕਰਕੇ ਮਰ ਜਾਓ ਫਿਰ ਹਮੇਸ਼ਾ ਲਈ ਜਿੰਦਾ ਹੋ ਜਾਓਗੇ, ਫਿਰ ਮਰਨਾ ਹੋਵੇਗਾ ਹੀ ਨਹੀਂ। ਹੁਣ ਸਵਾਲ ਖੜਾ ਹੁੰਦਾ, ਸ਼ਬਦ ਕਰਕੇ ਮਰਨਾ ਕੀ ਹੈ? ਸ਼ਬਦ ਕਰਕੇ ਮਰਨਾ ਹੈ ਸ਼ਬਦ ਸੁਰਤ ਲਿਵ ਲੀਨ ਹੋਏ, ਉਹ ਆਪ ਗਵਾਵੈ। ਸ਼ਬਦ ਦੇ ਚ ਸੁਰਤ ਨੂੰ ਟਿਕਾ ਕੇ ਤੇ ਆਪਣੇ ਹੰਕਾਰ ਨੂੰ ਮਾਰ ਲੈਣਾ, ਆਪਣੇ ਆਪ ਨੂੰ ਗਵਾ ਲੈਣਾ, ਕਹਿੰਦੇ ਇਹ ਹੈ ਸ਼ਬਦ ਕਰਕੇ ਮਰਨਾ। ਤੇ ਜੋ ਇਹ ਮੌਤ ਮਰਦਾ ਹੈ ਉਹ ਹਮੇਸ਼ਾ ਲਈ ਜਿੰਦਾ ਹੋ ਜਾਂਦਾ ਹੈ। ਪੁੱਛੀਏ ਗੁਰੂ ਗ੍ਰੰਥ ਸਾਹਿਬ ਜੀ ਤੋਂ, ਕੋਈ ਇਉਂ ਮਰ ਕੇ ਜਿੰਦਾ ਹੋਇਆ ਵੀ ਹੈ? ਤੇ ਸਾਹਿਬ ਕਹਿੰਦੇ ਬੇਅੰਤ ਸ਼ਖਸੀਅਤਾਂ ਹੋਈਆਂ ਨੇ, ਕੇਵਲ ਇੱਕ ਨੂੰ ਪੜ੍ਹ ਲਓ ਪਤਾ ਲੱਗ ਜਾਵੇਗਾ। ਪੜ੍ਹੋ ਬਾਬਾ ਕਬੀਰ ਸਾਹਿਬ ਜੀ ਨੂੰ, ਜੋ ਨਿਤ ਮਰਨ ਦੀਆਂ ਗੱਲਾਂ ਕਰਦੇ ਸਨ, ਜੋ ਕਹਿੰਦੇ ਸਨ ਮੋਹ ਮਰਨਾ ਕਾ ਚਾਉ ਹੈ, ਮਰੋ ਤਾਂ ਹਰ ਕੈ ਦਵਾਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰਾ ਬਾਰ। ਜੋ ਕਹਿੰਦੇ ਸਨ ਕਬੀਰ ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣਿਆ ਕੋਈ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਜੋ ਕਹਿੰਦੇ ਸਨ ਮਰਨੇ ਤੇ ਕਿਆ ਡਰਪਨਾ, ਜੋ ਹੱਥ ਸੰਧੌਰਾ ਲੀਨ। ਜੋ ਕਹਿੰਦੇ ਸਨ ਜਿਸ ਮਰਨਾ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨਾ ਹੀ ਤੇ ਪਾਈਐ ਪੂਰਨ ਪਰਮਾਨੰਦ। ਜੋ ਨਿਤ ਮਰਨ ਦੀਆਂ ਗੱਲਾਂ ਕਰਦੇ ਸਨ, ਇੱਕ ਦਿਨ ਉਹ ਵੀ ਆਇਆ ਕਿ ਬਨਾਰਸ ਸ਼ਹਿਰ ਦੇ ਚੌਰਾਹੇ ਤੇ ਬਾਬਾ ਕਬੀਰ ਸਾਹਿਬ ਜੀ ਖੜੇ ਹੋ ਗਏ ਤੇ ਦੋਵੇਂ ਬਾਹਾਂ ਉੱਪਰ ਚੱਕ ਕੇ ਕਹਿੰਦੇ ਨੇ ਮੈਂ ਨਾ ਮਰਾਂ, ਮੈਂ ਨਾ ਮਰਾਂ। ਲੋਕ ਹੈਰਾਨ ਹੋ ਗਏ ਵੀ ਤੁਸੀਂ ਕਿਉਂ ਨਹੀਂ ਮਰੋਗੇ, ਤੇ ਜੇ ਤੁਸੀਂ ਨਹੀਂ ਮਰੋਗੇ ਤੇ ਕੌਣ ਮਰੇਗਾ? ਕਹਿੰਦੇ ਮਰਬੋ ਸੰਸਾਰਾ, ਸੰਸਾਰ ਮਰੇਗਾ, ਮੈਂ ਨਹੀਂ ਮਰਾਂਗਾ। ਤੇ ਕਹਿਣ ਲੱਗੇ ਸੰਸਾਰ ਤੇ ਮਰੇਗਾ, ਜੋ ਪੈਦਾ ਹੋਇਆ ਉਹਨੇ ਇੱਕ ਦਿਨ ਮਰਨਾ ਹੈ, ਪਰ ਤੁਸੀਂ ਦੱਸੋ ਤੁਸੀਂ ਕਿਉਂ ਨਹੀਂ ਮਰੋਗੇ? ਕਹਿੰਦੇ ਅਬ ਮੋਹਿ ਮਿਲਿਓ ਹੈ ਜੀਵਨ ਹਾਰਾ, ਜਿਸ ਮਾਲਕ ਵਾਹਿਗੁਰੂ ਜੀ ਦੇ ਕਰਕੇ ਮੈਂ ਨਿਤ ਮਰਨ ਦੀਆਂ ਗੱਲਾਂ ਕਰਦਾ ਸੀ ਤੇ ਆਪਣੇ ਅਹੰਕਾਰ ਨੂੰ ਮਾਰ ਕੇ ਮਰਿਆ ਤੇ ਮੈਨੂੰ ਸ਼ਬਦ ਦੀ ਦਾਤ ਮਿਲ ਗਈ ਤੇ ਸ਼ਬਦ ਕਰਕੇ ਮੈਂ ਹਮੇਸ਼ਾ ਲਈ ਜਿੰਦਾ ਹੋ ਗਿਆ, ਹੁਣ ਮੈਂ ਕਦੀ ਮਰਾਂਗਾ ਹੀ ਨਹੀਂ। ਕੀ ਆਪਾਂ ਕਹਿ ਸਕਦੇ ਹਾਂ ਕਬੀਰ ਸਾਹਿਬ ਮਰ ਗਏ ਨੇ? ਨਹੀਂ, ਬਾਬਾ ਕਬੀਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ 'ਚ ਜਿੰਦਾ ਨੇ, ਅੱਜ ਵੀ ਸਾਡੇ ਨਾਲ ਗੱਲਾਂ ਕਰ ਰਹੇ ਨੇ, ਅੱਜ ਵੀ ਸਾਡੇ ਸਵਾਲਾਂ ਦਾ ਜਵਾਬ ਦੇ ਰਹੇ ਨੇ। ਬਿਲਕੁਲ ਇਉਂ ਸੰਤ ਬਾਬਾ ਸੀਤਲ ਸਿੰਘ, ਸੰਤ ਬਾਬਾ ਹਿੰਮਤ ਸਿੰਘ ਜੀ ਵਰਗੀ ਸ਼ਖਸੀਅਤਾਂ ਇਹ ਮਰੀਆਂ ਨਹੀਂ ਹਨ, ਇਹ ਆਪਣੀ ਉਹਨਾਂ ਪਰਉਪਕਾਰਾਂ ਕਰਕੇ, ਉਹ ਨਾਮ ਬਾਣੀ ਦੇ ਕਰਕੇ ਉਹ ਹਮੇਸ਼ਾ ਲਈ ਜਿੰਦਾ ਹੋ ਗਏ ਨੇ। ਉਹਨਾਂ 'ਚ ਅਹੰਕਾਰ ਨਹੀਂ ਸੀ। ਮੈਨੂੰ ਇੱਕ ਘਟਨਾ ਚੇਤੇ ਆਈ, ਸੰਤ ਬਾਬਾ ਸੀਤਲ ਸਿੰਘ ਜੀ ਮਹੂ ਰਹਿੰਦੇ ਸਨ ਤੇ ਇੱਕ ਵਾਰੀ ਦਾਸ ਨੂੰ ਹੁਕਮ ਹੋ ਗਿਆ ਕਿ ਗਿਆਨੀ ਜੀ ਆਉਣਾ ਹੈ, ਤੇ ਮੈਂ ਤੇ ਮੇਰੇ ਜੀਜਾ ਜੀ ਸੁਜਾਨ ਸਿੰਘ ਅਸੀਂ ਗਏ ਇੰਦੌਰ ਤੱਕ ਤੇ ਉੱਥੋਂ ਫਿਰ ਮਊ ਪੁੱਜੇ, ਗੱਡੀ ਆਈ ਸੀ। ਤੇ ਜਦ ਪੁੱਜੇ ਮੈਂ ਹੈਰਾਨ ਹੋਇਆ, ਉਹਨਾਂ ਦੇ ਭਰਾ ਦਿਆਲ ਸਿੰਘ ਜੀ ਵੀ ਨਾਲ ਮੌਜੂਦ ਸਨ। ਤੇ ਜਦ ਅਸੀਂ ਪੁੱਜੇ ਆ ਤੇ ਚਾਹ ਪਾਣੀ ਪਿਵਾਉਣ ਤੋਂ ਪਹਿਲਾਂ ਉਹ ਕੀਤਾ ਕਿ ਸੰਤ ਬਾਬਾ ਸੀਤਲ ਸਿੰਘ ਜੀ ਆਪ ਖੜੇ ਹੋ ਗਏ ਤੇ ਤੌਲੀਆ ਲੈ ਲਿਆ, ਸਾਬਣ ਲਈ ਤੇ ਆ ਕੇ ਤੇ ਉਹ ਨਲ ਚਲਾ ਕੇ ਤੇ ਭਰ ਕੇ ਬਾਲਟੀ ਤੇ ਆਵਾਜ਼ ਮਾਰ ਕੇ ਕਹਿੰਦੇ ਗਿਆਨੀ ਜੀ ਇਸ਼ਨਾਨ ਕਰ ਲਓ।
ਤੇ ਮੈਂ ਚਰਨਾਂ ਤੇ ਮੱਥਾ ਟੇਕ ਕੇ ਕਿਹਾ ਕਿ ਬਾਬਾ ਜੀ ਤੁਸੀਂ ਕਿਉਂ ਇਹ ਤੌਲੀਆ ਤੇ? ਕਹਿੰਦੇ ਨਹੀਂ, ਤੁਸੀਂ ਗੁਰੂ ਕੀ ਕਥਾ ਕਰਨ ਵਾਲੇ ਹੋ, ਤੁਸੀਂ ਉਸ ਮਹਾਨ ਅਸਥਾਨ ਦੇ ਹੈਡਗੰਥੀ ਹੋ, ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਉਂ ਸਤਿਕਾਰ ਕਰੀਏ। ਇਹ ਨਾ ਬਜ਼ੁਰਗਾਂ ਦੀ ਆਦਤਾਂ ਹੁੰਦੀਆਂ ਸਨ। ਮੈਨੂੰ ਯਾਦ ਹੈ ਮੇਰੇ ਦਾਦਾ ਜੀ ਜਦ ਗੁਰਦੁਆਰਾ ਡੇਅਰੀ ਸਾਹਿਬ ਤੇ ਛੋਟੇ ਹੁੰਦੇ ਸਾਂ, ਉਦੋਂ ਨਾ ਬੱਸ ਸ਼ਹਿਰ ਤੱਕ ਆਉਂਦੀ ਸੀ, ਪਿੰਡ ਤੱਕ ਨਹੀਂ ਸੀ ਆਉਂਦੀ। ਤੇ ਯਾਤਰੀ ਜਿਹੜੇ ਹੁੰਦੇ ਸਨ ਉਹ ਸ਼ਹਿਰ ਕਾਸ਼ੀਪੁਰ ਤੱਕ ਆ ਕੇ ਫਿਰ ਉਹਨਾਂ ਨੇ ਅੱਗੇ ਪਿੰਡਾਂ ਤੱਕ ਜਾਣਾ ਹੁੰਦਾ ਸੀ। ਤੇ ਕਈ ਵਾਰੀ ਪਿੰਡ ਤੱਕ ਰਾਤ ਪੈ ਜਾਣੀ, ਜੰਗਲ ਦਾ ਇਲਾਕਾ ਪੁਰਾਣਾ, ਹੁਣ ਅੱਜ ਤੋਂ 30-40 ਸਾਲ ਪਹਿਲਾਂ ਦੀ ਗੱਲ। ਤੇ ਉਦੋਂ ਉਹ ਲੋਕ ਆ ਕੇ ਗੁਰਦੁਆਰੇ ਸੁਣਦੇ ਸਨ ਤੇ ਉਹਨਾਂ ਨੂੰ ਬਿਸਤਰੇ ਦੇਣੇ, ਲੰਗਰ ਛਕਾਉਣਾ। ਤੇ ਸਵੇਰੇ ਜਦੋਂ ਉਹਨਾਂ ਨੂੰ ਇਸ਼ਨਾਨ ਕਰਾਉਣਾ ਤੇ ਆਪ ਉਹ ਤੌਲੀਆ ਸਾਬਣ ਲੈ ਕੇ ਖੜੇ ਹੋਣਾ। ਤੇ ਅਸੀਂ ਛੋਟੇ ਸੀ, ਸਾਨੂੰ ਲਾਉਣਾ ਵੀ ਨਲਕਾ ਗੇੜੋ, ਇਸ਼ਨਾਨ ਕਰਾ ਕੇ ਤੇ ਚਾਹ ਦਾ ਲੋਟਾ ਉਹਨਾਂ ਨੂੰ ਪਵਾ ਕੇ ਕੁਝ ਛਕਾ ਕੇ ਫਿਰ ਅੱਗੇ ਭੇਜਣਾ। ਇਹ ਜੋ ਅਸੀਂ ਨਾ ਬਜ਼ੁਰਗਾਂ ਤੋਂ ਸਿੱਖਦੇ ਹਾਂ। ਤੇ ਉਹ ਨਿਮਰਤਾ ਜਿਹੜੀ ਸੀ ਸੰਤ ਬਾਬਾ ਸੀਤਲ ਸਿੰਘ ਨੂੰ ਬਹੁਤ ਉੱਚੇ ਲੈ ਗਈ। ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਐ ਸਭ ਤੇ ਉੱਚਾ। ਇਹ ਦੁਨੀਆ ਦਾ ਇੱਕ ਨਿਯਮ ਹੈ, ਜਿਸ ਵੀ ਬਿਲਡਿੰਗ ਦੀ ਫਾਊਂਡੇਸ਼ਨ ਬੁਨਿਆਦ ਜਿਤਨੀ ਨੀਵੀਂ ਜਾਵੇਗੀ ਉਤਨੀ ਉੱਚੀ ਬਿਲਡਿੰਗ ਉਸਾਰੀ ਜਾ ਸਕਦੀ ਹੈ। ਮੈਂ ਸਰਦਾਰ ਆਤਮਾ ਸਿੰਘ ਜੀ ਨੂੰ ਵੇਖਦਾ, ਸੀਸਗੰਜ ਸਾਹਿਬ ਆਏ, ਕਸ਼ਮੀਰ ਸਿੰਘ ਵੀ, ਅਮਰੀਕ ਸਿੰਘ ਵੀ, ਸਾਰੇ। ਮੈਂ ਇਹਨਾਂ 'ਚ ਨਿਮਰਤਾ ਵੇਖੀ, ਪਿੰਡ ਵੀ ਆਏ। ਕੋਈ ਗੁਮਾਨ, ਕੋਈ ਮਾਣ ਨਹੀਂ ਕਿ ਮੈਂ ਹੁਣ ਪ੍ਰਧਾਨ ਬਣ ਗਿਆ ਜਾਂ ਉਹੋ ਜਿਹੀ ਗੱਲ। ਆਪਣੇ ਸਮਾਜ ਲਈ ਗੱਲ ਕਰਨੀ, ਵਧੀਆ ਕਰਨੀ। ਯਾਦ ਰੱਖਣਾ ਅਸੀਂ ਇੱਕ ਪਰਿਵਾਰ ਹਾਂ। ਜੇ ਟੁੱਟਦੇ ਟੁੱਟਾਂਗੇ ਨਾ ਤੇ ਕੁਝ ਨਹੀਂ ਰਹਿ ਜਾਵੇਗਾ। ਅੱਜ ਰਕਾਬਗੰਜ ਸਾਰੀ ਬੋਲੇ ਪ੍ਰਧਾਨ ਜੀ, ਤੇ ਮੈਨੂੰ ਲੱਗਦਾ 20-25 ਮਿੰਟ ਬੋਲੇ ਸਭ। ਮੈਂ ਕਿਹਾ ਜੇ 2 ਮਿੰਟ, ਕਿਉਂਕਿ ਉਹ ਮਹਿਮਾਨ ਸੀ ਸਾਡੇ, ਅਸੀਂ ਤੇ ਬੋਲ ਨਹੀਂ ਸੀ ਸਕਦੇ, 2 ਮਿੰਟ ਮੈਨੂੰ ਮਿਲ ਜਾਣ ਤੇ ਦੱਸਾਂ ਕਿ ਲਬਾਣਾ ਬਰਾਦਰੀ ਕਿਸ ਤਰ੍ਹਾਂ ਪੂਰਨ ਗੁਰਸਿੱਖੀ ਦੇ ਵਿੱਚ ਹੈ, ਕਿਹੋ ਜਿਹਾ ਜਜ਼ਬਾ ਗੁਰੂ ਪ੍ਰਤੀ। ਮੇਰਾ ਇਲਾਕਾ ਉੱਤਰਾਖੰਡ, ਉਸ ਇਲਾਕੇ ਦੇ ਵਿੱਚ 25 ਸਾਲਾਂ 'ਚ ਇੱਕ ਉਦਾਹਰਣ ਨਹੀਂ ਮਿਲ ਸਕਦਾ ਤੁਹਾਨੂੰ ਕਿ ਕੋਈ ਗੁਰਸਿੱਖੀ ਛੱਡ ਕੇ ਈਸਾਈ ਬਣਿਆ, ਧਰਮ ਤਬਦੀਲ ਕੀਤਾ। ਤੇ ਅੱਜ ਗੱਲਾਂ ਹੋ ਰਹੀਆਂ ਸਨ ਪ੍ਰਧਾਨ ਸਾਹਿਬ, ਪੂਰਾ ਪੰਜਾਬ ਜੋ ਹੈ ਕਿਸ ਤਰ੍ਹਾਂ ਕਨਵਰਟ ਹੋਈ ਜਾ ਰਿਹਾ ਹੈ। ਯਾਦ ਰੱਖਣਾ ਹੈ ਸਾਡੇ ਮਹਾਂਪੁਰਖਾਂ ਨੇ, ਬਾਬਾ ਹਿੰਮਤ ਸਿੰਘ ਜੀ ਨੇ ਜੋ ਪੂਰਨੇ ਪਾਏ, ਸੰਤ ਬਾਬਾ ਸੀਤਲ ਸਿੰਘ ਜੀ ਨੇ ਪੂਰਨੇ ਪਾਏ, ਗੁਰੂ ਰਾਮਦਾਸ ਸਾਹਿਬ ਸਕੂਲ ਬਣਾਇਆ ਜੋ ਰਤਲਾਮ, ਕਿਆ ਬਾਤ ਹੈ। ਛੋਟੇ ਛੋਟੇ ਪਿੰਡਾਂ 'ਚ ਜਾ ਕੇ ਗੁਰਦੁਆਰੇ ਬਣਾਏ। ਇਹ ਯਾਦਾਂ ਨੇ ਉਹਨਾਂ ਦੀ, ਇਹ ਉਪਕਾਰ ਕੀਤੇ ਹੋਏ ਨੇ। ਤੇ ਉਹਨਾਂ ਦੇ ਨਾਮ ਤੇ ਹੀ ਅਸੀਂ ਜੁੜੇ ਰਹੀਏ ਤੇ ਫਿਰ ਹਰ ਮੈਦਾਨ ਦੇ ਵਿੱਚ ਸਾਡੀ ਫਤਿਹ ਹੋਵੇਗੀ, ਜਿੱਤ ਹੋਵੇਗੀ। ਕਹਿੰਦੇ ਜੈਸੇ ਰਣ ਮੈਂ ਸਖਾ ਭਰਾਤ, ਗੁਰਬਾਣੀ ਕਹਿੰਦੀ ਹੈ ਕਿ ਭਰਾ ਨਾਲ ਪਿੱਠ ਜੋੜ ਕੇ ਖੜਾ ਹੋ ਜਾਵੇ ਨਾ ਤੇ ਹਰ ਮੈਦਾਨ ਜਿੱਤ ਲਿਆ ਜਾਂਦਾ ਹੈ। ਪਰ ਜੇ ਭਰਾਵਾਂ ਦੇ ਵਿੱਚ ਕਿਤੇ ਤਰੇੜ ਪੈ ਜਾਵੇ ਤੇ ਫਿਰ ਬੜੇ ਨੁਕਸਾਨ ਹੁੰਦੇ ਨੇ। ਮੈਂ ਨਾ ਇੱਕ ਸਮਰਪਿਤ ਗੱਲ ਤੁਹਾਨੂੰ ਕਹਿ ਦਿਆਂ ਕਿ ਹੋਰ ਪਿਆਰ ਸਾਡਾ ਵੱਧ ਜਾਵੇ। ਗੁਰਸਿੱਖਾਂ ਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਤੁਸੀਂ ਉਹ ਸਾਖੀ ਕਈ ਵਾਰੀ ਸੁਣੀ ਹੋਵੇਗੀ ਕਿ ਅੱਜ ਨਵੇਂ ਤਰੀਕੇ ਨਾਲ ਥੋੜਾ ਜਿਹਾ ਧਿਆਨ ਦੇਣਾ। ਗੁਰੂ ਨਾਨਕ ਦੇਵ ਸਾਹਿਬ ਜੀ ਬਾਹਰ ਨਿਕਲੇ ਤੇ ਮਰਦਾਨਾ ਜੀ ਨਾਲ ਨੇ, ਤੇ ਅਚਾਨਕ ਕੀ ਵੇਖਦੇ ਨੇ ਕਿ ਖੇਤ ਵਿੱਚ ਫਸਲ ਉਤਰੀ ਹੈ, ਅਨਾਜ ਦੇ ਢੇਰ ਲੱਗੇ ਨੇ, ਤੇ ਇੱਕ ਬੰਦਾ ਹੈ, ਇੱਕ ਖੇਤ ਵਿੱਚੋਂ ਨਾ ਇੱਧਰ ਉੱਧਰ ਵੇਖ ਕੇ ਨਜ਼ਰ ਬਚਾ ਕੇ ਤੇ ਕੁਝ ਉਹ ਅਨਾਜ ਚੱਕ ਕੇ, ਦਾਣੇ ਚੱਕ ਕੇ ਦੂਜੇ ਖੇਤ ਦੇ ਢੇਰ ਵਿੱਚ ਪਾ ਰਿਹਾ। ਸਾਹਿਬ ਵੇਖ ਕੇ ਮੁਸਕਰਾਏ। ਮਰਦਾਨੇ ਨੇ ਸੋਚਿਆ ਤੇ ਕਿਹਾ, ਸਤਿਗੁਰੂ ਵੇਖੋ ਅੱਖ ਬਚਾ ਕੇ ਚੋਰੀ ਕਰ ਰਿਹਾ ਦੂਜੇ ਦੇ ਖੇਤ ਦੀ। ਸਾਹਿਬ ਕਹਿੰਦੇ ਨਹੀਂ, ਐਸੀ ਗੱਲ ਨਹੀਂ ਹੈ। ਚਲੇ ਗਏ। ਜਦ ਸ਼ਾਮ ਨੂੰ ਵਾਪਸ ਮੁੜੇ ਤੇ ਵੇਖਦੇ ਕੀ ਨੇ, ਹੁਣ ਦੂਜਾ ਬੰਦਾ ਹੈ, ਉਹ ਦੂਜੇ ਖੇਤ ਤੋਂ ਚੁੱਕ ਕੇ ਢੇਰ ਪਹਿਲੇ ਖੇਤ 'ਚ ਪਾ ਰਿਹਾ ਹੈ ਅਨਾਜ।
ਮਰਦਾਨਾ ਕਹਿੰਦਾ ਵੇਖੋ ਜੀ ਸਵੇਰੇ ਉਹ ਚੋਰੀ ਕਰਿਆ ਸੀ, ਹੁਣੇ ਅੱਖ ਬਚਾ ਕੇ ਚੋਰੀ ਕਰਿਆ। ਸਾਹਿਬ ਕਹਿੰਦੇ ਗੱਲ ਐਸੀ ਨਹੀਂ, ਗੱਲ ਕੁਝ ਹੋਰ ਹੈ, ਇਹਨੂੰ ਹੀ ਬੁਲਾ ਪੁੱਛਦੇ ਆ। ਜਦ ਬੁਲਾ ਕੇ ਪੁੱਛਿਆ ਬਈ ਤੂੰ ਕੀ ਕਰ ਰਿਹਾ ਹੈ? ਕਹਿੰਦਾ ਸਤਿਗੁਰੂ ਤੁਹਾਡੇ ਤੋਂ ਕੁਝ ਨਹੀਂ ਲੁਕਿਆ ਹੋਇਆ, ਮੈਂ ਛੋਟਾ ਭਰਾ ਹਾਂ, ਉਹ ਮੇਰੇ ਵੱਡੇ ਭਰਾ ਦਾ ਖੇਤ ਹੈ ਤੇ ਪੈਲੀ ਜ਼ਮੀਨ ਤਾਂ ਬਰਾਬਰ ਵੰਡੀ ਗਈ ਹੈ, ਫਸਲ ਵੀ ਬਰਾਬਰ ਉਤਰੀ ਹੈ, ਪਰ ਮੇਰਾ ਵੱਡਾ ਭਰਾ ਜੋ ਹੈ ਨਾ ਉਹਦੇ ਕੋਲ ਆਇਆ ਗਿਆ ਜ਼ਿਆਦਾ ਹੈ, ਉਹ ਸਭ ਨੂੰ ਸੰਭਾਲਦਾ ਹੈ, ਤੇ ਜੇ ਮੈਂ ਉਹਨੂੰ ਸਾਹਮਣੇ ਤੋਂ ਦਿਆਂਗਾ, ਪਿਆਰ ਬੜਾ ਕਰਦਾ, ਉਹ ਮੇਰੇ ਤੋਂ ਲਵੇਗਾ ਨਹੀਂ, ਇਸ ਕਰਕੇ ਮੈਂ ਚੁੱਪਚਾਪ ਉਹਦੀ ਮਦਦ ਕਰ ਰਿਹਾ, ਮੈਂ ਤੇ ਕਿਸੇ ਤਰ੍ਹਾਂ ਵੀ ਕੰਮ ਚਲਾ ਲਿਆਂਗਾ। ਤੇ ਕਹਿੰਦੇ ਫਿਰ ਉਹਨੂੰ ਬੁਲਾ। ਜਦ ਉਹਨੂੰ ਬੁਲਾਇਆ ਗਿਆ, ਉਹਨੂੰ ਪੁੱਛਿਆ ਤੂੰ ਕੀ ਕਰ ਰਿਹਾ ਸੀ? ਉਹ ਕਹਿੰਦਾ ਸਤਿਗੁਰੂ ਮੈਂ ਵੱਡਾ ਭਰਾ ਹਾਂ, ਹੁਣ ਅਨਾਜ ਤੇ ਬਰਾਬਰ ਉਤਰਿਆ, ਜ਼ਮੀਨ ਵੀ ਬਰਾਬਰ ਹੈ, ਪਰ ਇਹ ਮੇਰਾ ਛੋਟਾ ਭਰਾ ਹੈ, ਇਹਦੇ ਬੱਚੇ ਜ਼ਿਆਦਾ ਨੇ, ਮੈਂ ਤੇ ਵੱਡਾ, ਕਿਸੇ ਤਰ੍ਹਾਂ ਕੰਮ ਚਲਾ ਲਾਂਗਾ, ਇਹਨੂੰ ਕਿਸੇ ਗੱਲ ਦੀ ਕਮੀ ਨਾ ਆਵੇ, ਇਹਦੇ ਬੱਚਿਆਂ ਨੂੰ ਕਮੀ ਨਾ ਆਵੇ, ਇਸ ਕਰਕੇ ਮੈਂ ਚੁੱਪਚਾਪ ਇਹਦੀ ਮਦਦ ਕਰ ਰਿਹਾ ਸੀ। ਯਾਦ ਰੱਖਿਓ, ਜਦ ਇਹੋ ਜੀ ਭਾਵਨਾ ਸਾਡੇ 'ਚ ਆ ਗਈ ਨਾ ਕਿ ਅਸੀਂ ਇੱਕ ਦੂਜੇ ਦੀ ਮਦਦ ਕਰਨੀ ਹੈ, ਇੱਕ ਦੂਜੇ ਦੇ ਪੈਰ ਨਹੀਂ ਖਿੱਚਣੇ, ਅਸੀਂ ਉਹਨਾਂ ਕਦਮਾਂ ਵਾਂਗ ਤੁਰਾਂਗੇ ਕਿ ਇੱਕ ਪੈਰ ਦੇਖੋ ਦੂਜੇ ਪੈਰ ਨੂੰ ਕਹਿੰਦਾ ਨਾ, ਕਦਮ ਨੂੰ, ਕਿ ਮੈਂ ਤੇਰਾ ਸਾਰਾ ਭਾਰ ਚੁੱਕਦਾ, ਤੂੰ ਅੱਗੇ ਵੱਧ ਜਾ, ਤੇ ਉਹ ਅੱਗੇ ਵੱਧ ਜਾਂਦਾ ਹੈ, ਅੱਗੇ ਵੱਧ ਕੇ ਉਹ ਦੂਜੇ ਨੂੰ ਪਿੱਛੇ ਨਹੀਂ ਛੱਡਦਾ, ਕਹਿੰਦਾ ਹੁਣ ਭਰਾਵਾ ਮੈਂ ਤੇਰਾ ਭਾਰ ਚੱਕਦਾ, ਤੂੰ ਅੱਗੇ ਵੱਧ, ਤੇ ਇਉਂ ਮੰਜ਼ਲਾਂ ਤੈਅ ਹੋ ਜਾਂਦੀਆਂ ਨੇ। ਸਾਨੂੰ ਇਹ ਪਿਆਰ, ਇਤਫਾਕ, ਏਕਤਾ, ਸਾਂਝੀਵਾਲਤਾ ਇਹਨਾਂ ਮਹਾਂਪੁਰਖਾਂ ਨੇ ਸਿਖਾਈ, ਇਹਨਾਂ ਸ਼ਖਸੀਅਤਾਂ ਨੇ ਸਿਖਾਈ। ਗੱਲ ਕਹਿ ਕੇ ਸਮਾਪਤੀ ਕਰਾਂ, ਇਹ ਆ ਰਿਹਾ ਸ਼ਹੀਦੀ ਪੁਰਬ ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਕੀ ਕਹੋਗੇ ਕਿ ਮਹਾਨ ਸ਼ਖਸੀਅਤਾਂ ਮਰ ਗਈਆਂ ਨੇ? ਨੇ ਹਮੇਸ਼ਾ ਜਿੰਦਾ ਨੇ ਤੇ ਰਹਿੰਦੀ ਦੁਨੀਆ ਤੱਕ ਜਿੰਦਾ ਰਹਿਣਗੇ। ਗੁਰੂ ਅਰਜਨ ਦੇਵ ਸਾਹਿਬ ਜੀ ਬਾਰੇ ਜਹਾਂਗੀਰ ਨੇ ਸੋਚਿਆ ਸੀ ਕਿ ਹਸਤੀ ਮਿਟਾ ਦਿਆਂਗਾ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਰੀਰ ਸੜਿਆ ਹੋਇਆ, ਭੁਜਿਆ ਹੋਇਆ, ਮਾਸ ਲਮਕ ਰਿਹਾ, ਹੱਡੀਆਂ ਨਜ਼ਰ ਆ ਰਹੀਆਂ, ਕਿਉਂਕਿ ਬੜੇ ਤਸੀਹੇ ਦਿੱਤੇ ਗਏ ਸੀ। ਕਿਹਾ ਨਾ, ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਰੇਤ ਦੇ ਕੜਛੇ ਪਵਾ ਰਿਹਾ ਸੀ, ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ। ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਉਹ ਫੇਰ ਵੀ ਸਤਨਾਮ ਵਾਹਿਗੁਰੂ ਗਾ ਰਿਹਾ ਸੀ। ਕਹਿਣਾ ਸੌਖਾ, ਸੁਣਨਾ ਵੀ ਬਹੁਤ ਹੀ ਸੌਖਾ। ਦਾਸ ਕਹਿ ਰਿਹਾ, ਤੁਸੀਂ ਸੁਣ ਰਹੇ ਹੋ, ਬੜੀ ਸੌਖੀ ਗੱਲ ਹੈ। ਤਤੀਆਂ ਤਵੀਆਂ ਉੱਤੇ ਬੈਠਣਾ ਸੌਖਾ ਨਹੀਂ ਹੈ, ਕਹਿਣਾ ਸੌਖਾ, ਸੁਣਨਾ ਵੀ ਬਹੁਤ ਹੀ ਸੌਖਾ। ਔਖੀ ਗੱਲ ਹੈ ਅਮਲ ਕਮਾਉਣ ਵਾਲੀ, ਉਹ ਇਹ ਤਾਂ ਮੂਰਤ ਹੀ ਕੇਵਲ ਰੱਬ ਦੀ ਸੀ। ਤਤੀਆਂ ਤਵੀਆਂ ਤੇ ਬੈਠ ਕੇ ਵੀ ਸੁਖਮਨੀ ਗਾ ਰਿਹਾ ਸੀ, ਤਤੀਆਂ ਤਵੀਆਂ ਤੇ ਬੈਠ ਕੇ ਵੀ ਸੁਖਮਨੀ ਗਾ ਰਿਹਾ ਸੀ। ਕਹਿੰਦੇ ਜੋ ਸਤਿਗੁਰੂ ਅੱਗੇ ਵਧੇ ਤੇ ਕਿਸੇ ਨੇ ਕਹਿ ਦਿੱਤਾ ਕਿ ਜ਼ਾਲਮਾਂ ਨੇ ਅੱਜ ਸਿੱਖੀ ਦੇ ਬੂਟੇ ਨੂੰ ਸਾੜ ਦਿੱਤਾ ਹੈ, ਅੱਜ ਦਿਨ ਤੋਂ ਬਾਅਦ ਨਾ ਕੋਈ ਸਿੱਖ ਬਣਨ ਲਈ ਤਿਆਰ ਨਹੀਂ ਹੋਵੇਗਾ, ਸਭ ਡਰ ਜਾਣਗੇ। ਜਦ ਕੰਨਾਂ 'ਚ ਬੋਲ ਪਏ ਨਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਤੇ ਸਤਿਗੁਰੂ ਨੇ ਕਿਹਾ ਕਿ ਤੁਹਾਡਾ ਭੁਲੇਖਾ ਹੈ ਕਿ ਸਿੱਖੀ ਦਾ ਬੂਟਾ ਸੜ ਗਿਆ ਹੈ। ਨਹੀਂ, ਸਿੱਖੀ ਦਾ ਬੂਟਾ ਸੜਿਆ ਨਹੀਂ, ਅੱਜ ਤੇ ਇਹਨੂੰ ਅੰਮ੍ਰਿਤ ਪਿਆ ਏ, ਇਹਨੂੰ ਤੇ ਉਹ ਅੰਮ੍ਰਿਤ ਜਲ ਪਿਆ ਏ। ਇਹ ਮੇਰਾ ਖੂਨ ਨਹੀਂ ਬਲਿਆ, ਇਹਨੂੰ ਅੰਮ੍ਰਿਤ ਜਲ ਪਿਆ ਏ। ਤੇ ਤੁਸੀਂ ਦੇਖੋਗੇ ਕੁਝ ਹੀ ਦਿਨਾਂ 'ਚ ਫੁੱਲ ਇਸ ਦੇ, ਕੁਝ ਹੀ ਦਿਨਾਂ 'ਚ ਫੁੱਲ ਇਸ ਦੇ ਖਿਲਰ ਜਾਣਗੇ ਇਹ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ, ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ। ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਇਸ਼ਾਰਾ ਕਿ ਚਾਂਦਨੀ ਚੌਂਕ ਨੂੰ ਭਾਗ ਲਾਣਗੇ, ਤੇ ਭਾਗ ਲਾਏ ਨੇ ਇਹੀ ਚਾਂਦਨੀ ਚੌਕ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਕਾਜੀ ਕੋਤਵਾਲ ਜੱਲਾਦ ਖੜੇ ਨੇ, ਤੇ ਕਾਜੀ ਕਹਿੰਦਾ ਮੈਂ ਖਾਨਦਾਨੀ ਕਾਜੀ ਹਾਂ, ਮੇਰੇ ਬਾਪ ਦਾਦੇ ਇਹੋ ਜਿਹੇ ਫਤਵੇ ਦਿੰਦੇ ਆਏ ਨੇ, ਅਸੀਂ ਤੁਹਾਨੂੰ ਛੱਡਾਂਗੇ ਨਹੀਂ। ਕੋਤਵਾਲ ਕਹਿੰਦਾ ਮੈਂ ਖਾਨਦਾਨੀ ਕੋਤਵਾਲ ਹਾਂ। ਜੱਲਾਦ ਤੋਂ ਵੀ ਨਾ ਰਿਹਾ ਗਿਆ, ਜੱਲਾਦ ਕਹਿੰਦਾ ਮੈਂ ਖਾਨਦਾਨੀ ਜੱਲਾਦ ਹਾਂ, ਮੇਰੇ ਬਾਪ ਦਾਦੇ ਵੀ ਇਹੀ ਕੁਝ ਕਰਦੇ ਆਏ ਨੇ, ਜੇ ਤੁਸੀਂ ਧਰਮ ਨਹੀਂ ਛੱਡੋਗੇ ਅਸੀਂ ਤੁਹਾਨੂੰ ਨਹੀਂ ਛੱਡਾਂਗੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁਸਕਰਾਉਂਦਿਆਂ ਉਦੋਂ ਕਿਹਾ ਸੀ, ਭਾਈ ਸੱਜਣੋ ਕਮਾਲ ਦਾ ਸਬਬ ਬਣਾਇਆ ਮੇਰੇ ਮਾਲਕ ਵਾਹਿਗੁਰੂ ਜੀ ਨੇ। ਤੂੰ ਖਾਨਦਾਨੀ ਕਾਜੀ ਹੈ, ਤੂੰ ਖਾਨਦਾਨੀ ਜੱਲਾਦ ਹੈ, ਤੂੰ ਖਾਨਦਾਨੀ ਕੋਤਵਾਲ ਹੈ, ਪਰ ਇੱਕ ਗੱਲ ਯਾਦ ਰੱਖਣਾ, ਮੈਂ ਵੀ ਖਾਨਦਾਨੀ ਸ਼ਹੀਦ ਹਾਂ।
मैं भी खानदानी शहीद हाँ, मेरे अजदाद से मिला है मुझे विरसा शहादत का। मेरी औलाद को जागीर है जामे शहादत की, मेरी औलाद को जागीर है जामे शहादत की। याद रखना कि ਤੁਹਾਡੇ ਖਾਨਦਾਨ ਚ ਕਾਜੀ ਕੋਤਵਾਲ ਜਲਾਦ ਪੈਦਾ ਹੋਣੇ ਬੰਦ ਹੋ ਜਾਣਗੇ, ਪਰ ਮੇਰੇ ਖਾਨਦਾਨ ਚ ਸ਼ਹੀਦ ਪੈਦਾ ਹੋਣੇ ਬੰਦ ਨਹੀਂ ਹੋਣਗੇ, ਕਿਉਂਕਿ ਇਹ ਮੈਨੂੰ ਮੇਰੇ ਦਾਦਾ ਗੁਰੂ ਤੋਂ ਵਿਰਾਸਤ ਚ ਮਿਲਿਆ ਸੀ ਤੇ ਇਹ ਮੈਂ ਆਪਣੀ ਔਲਾਦ ਨੂੰ ਦੇ ਚੱਲਿਆ ਤੇ ਮੇਰੀ ਔਲਾਦ ਵਿੱਚ ਸ਼ਹੀਦ ਪੈਦਾ ਹੋਣੇ ਬੰਦ ਨਹੀਂ ਹੋਣਗੇ। ਅੱਜ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਸਮਾਪਤੀ ਕਰਾਂ। ਤੁਹਾਨੂੰ ਸੀਸਗੰਜ ਦਾ ਅਰਥ ਪਤਾ ਹੈ? ਹੁਣ ਤੇ ਦਾਸ ਕਈ ਵਾਰੀ ਕਥਾ 'ਚ ਬੋਲਿਆ ਹੈ, ਪਰ ਮੈਂ ਸੱਚ ਦੱਸਾਂ ਮੈਨੂੰ ਵੀ ਨਹੀਂ ਸੀ ਪਤਾ। ਕਈ ਵਾਰੀ ਮੈਂ ਆਮ ਜਿਹਾ ਸੀਸਗੰਜ ਅਰਥ ਕਰਦਾ ਸੀ ਵੀ ਸੀਸ ਉਤਰ ਗਿਆ। ਨਹੀਂ, ਸੀਸਗੰਜ ਦਾ ਬੜਾ ਡੂੰਘਾ ਅਰਥ ਹੈ। ਤੁਸੀਂ ਉਹ ਸਾਖੀ ਸੁਣਦੇ ਹੋ ਨਾ ਗੁਰੂ ਨਾਨਕ ਦੇਵ ਸਾਹਿਬ ਜੀ ਵਾਲੀ, ਕਿ ਕਾਨੂੰ ਬਾਦਸ਼ਾਹ ਨੇ 40 ਗੰਜ ਦੌਲਤ ਇਕੱਠੀ ਕੀਤੀ, ਮਤਲਬ 40 ਖਜ਼ਾਨੇ। ਗੰਜ ਦਾ ਅਰਥ ਹੁੰਦਾ ਖਜ਼ਾਨਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦ ਕਿਹਾ ਗਿਆ ਨਾ ਹੁਕੂਮਤ ਵੱਲੋਂ ਤੇ ਔਰੰਗਜ਼ੇਬ ਵੱਲੋਂ ਕਿ ਸੀਸ ਉਤਾਰ ਦਿਆਂਗੇ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਤੁਹਾਡੀ ਜ਼ਰੂਰਤ ਨਹੀਂ ਕਿ ਤੁਸੀਂ ਸੀਸ ਉਤਾਰ ਸਕੋ। ਸੀਸ ਤੇ ਅਸੀਂ ਆਪ ਵਾਹਿਗੁਰੂ ਦੇ ਭਾਣੇ 'ਚ ਹਿੰਦੂ ਧਰਮ ਦੀ ਰੱਖਿਆ ਲਈ ਦੇਣ ਆਏ ਹਾਂ, ਤੇ ਜੇ ਉਹਨੂੰ ਭਾਵੇਗਾ ਤੇ ਸੀਸ ਉਤਰੇਗਾ ਨਹੀਂ, ਸਗੋਂ ਸੀਸ ਕਾਇਮ ਹੋ ਜਾਵੇਗਾ। ਸੀਸ ਉਤਰਿਆ ਕਿੱਥੇ ਹੈ? ਸੀਸ ਤੇ ਸੀਸਗੰਜ ਸਾਹਿਬ ਦੇ ਰੂਪ 'ਚ ਰਹਿੰਦੀ ਦੁਨੀਆ ਤੱਕ ਕਾਇਮ ਹੋ ਗਿਆ ਹੈ। ਲੱਖਾਂ ਸੀਸ ਰੋਜ਼ ਉਸ ਸੀਸਗੰਜ ਨੂੰ ਸਿਜਦਾ ਕਰਕੇ ਨਿਕਲਦੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿ ਦਿੱਤਾ, ਯਾਦ ਰੱਖਿਓ ਸੀਸਗੰਜ ਦੇ ਰੂਪ ਵਿੱਚ ਮੈਂ ਸੀਸ ਦੇ ਕੇ ਇੱਕ ਸੀਸ ਦਾ ਖਜ਼ਾਨਾ ਭਰ ਚਲਿਆ। ਜਦ ਵੀ ਦੇਸ਼ ਕੌਮ ਤੇ ਕੋਈ ਔਂਕੜ ਆਵੇਗੀ, ਮਰਜੀਵੜੇ ਸਿਰਾਂ ਉੱਤੇ ਖਫਨ ਬੰਨ ਕੇ ਤਿਆਰ ਬਰ ਤਿਆਰ ਰਹਿਣਗੇ ਸੀਸ ਤਲੀ ਤੇ ਧਰ ਕੇ ਸੀਸ ਦੇਣ ਨੂੰ। ਜਿਤਨੇ ਮਰਜੀ ਸੀਸ ਦੇ ਦਿੱਤੇ ਜਾਣ, ਪਰ ਇਹ ਸੀਸ ਦਾ ਖਜ਼ਾਨਾ ਮੁੱਕੇਗਾ ਨਹੀਂ, ਇਹ ਸੀਸ ਦਾ ਖਜ਼ਾਨਾ ਮੁੱਕੇਗਾ ਨਹੀਂ। ਸੋ ਇਤਨੀ ਕੁ ਸੇਵਾ ਪ੍ਰਬੰਧ ਕਰਨਾ। ਕਈ ਵਾਰੀ ਰੁਝੇਵੇਂ ਇਤਨੇ ਹੁੰਦੇ ਨੇ ਤੇ ਥੋੜੀ ਡਸਟ ਉੱਡਦੀ ਹੈ, ਧੂਲ ਤੇ ਗਲਾ ਖੁਸ਼ਕ ਹੋ ਜਾਂਦਾ ਹੈ, ਪਰ ਬਹੁਤ ਆਨੰਦ ਬਣਿਆ। ਮੇਰੇ ਅਜ਼ੀਜ਼ ਭਾਈ ਸਤਪਾਲ ਸਿੰਘ ਹਜੂਰੀ ਰਾਗੀ ਤੇ ਇਤਨਾ ਸੁਰੀਲਾ ਕੀਰਤਨ ਕੀਤਾ, ਆਨੰਦ ਬਣ ਗਿਆ। ਅੱਜ ਸਵੇਰੇ ਇਹਨਾਂ ਨੇ ਆਸਾ ਦੀ ਵਾਰ ਵੀ ਕੀਤੀ ਸੀਸਗੰਜ ਸਾਹਿਬ। ਕਈ ਵਾਰੀ ਉੱਥੇ ਸਾਡੇ ਕੋਲ 65-70 ਜਥੇ ਨੇ ਤੇ ਪਤਾ ਹੀ ਨਹੀਂ ਲੱਗਦਾ ਕਿਹਨੂੰ ਟਾਈਮ ਮਿਲਦਾ ਕਿਹਨੂੰ ਨਹੀਂ। ਤੇ ਮੈਂ ਇਹਨਾਂ ਨੂੰ ਸੁਣਿਆ ਤੇ ਬੜਾ ਸੁਰੀਲਾ ਜਥਾ। ਮੈਂ ਕਿਹਾ ਵੀ ਮੈਂ ਵੀ ਤੁਹਾਡੇ ਬਾਰੇ ਕਹਾਂਗਾ, ਤੇ ਮੈਂ ਪ੍ਰਧਾਨ ਸਾਹਿਬ ਨੂੰ ਸਰਦਾਰ ਆਤਮਾ ਸਿੰਘ ਜੀ ਨੂੰ ਵੀ ਫੋਨ ਕੀਤਾ ਕਿ ਇਹਨਾਂ ਬੱਚਿਆਂ ਦਾ ਖਾਸ ਧਿਆਨ ਰੱਖੋ, ਕਿਉਂਕਿ ਸਾਡੀ ਬਰਾਦਰੀ 'ਚ ਇੱਕ ਤੋਂ ਇੱਕ ਸੁਰੀਲੇ ਜਥੇ ਨੇ। ਪਰ ਮਾਫ ਕਰਨਾ, ਉਸ ਲੈਵਲ ਤੇ ਕੋਈ ਵਿਰਲਾ ਹੀ ਪੁੱਜਿਆ ਹੈ, ਕਿਉਂਕਿ ਸਾਡੀ ਆਦਤ ਹੋਈ ਡੱਡੂਆਂ ਵਾਲੀ ਆ। ਜਿਹੜਾ ਉੱਪਰ ਚੜ ਰਿਹਾ ਉਹਨੂੰ ਖਿੱਚ ਦਿਓ, ਉਹਨੂੰ ਥੱਲੇ ਸੁੱਟ ਦਿਓ। ਇੱਕ ਦੂਜੇ ਦੀ ਨਿੰਦਾ ਕਰਨੀ, ਨਿੰਦਖੋਈ ਕਰਨੀ ਨਹੀਂ। ਉਤਨੀ ਹੀ ਪਾਵਰ ਅਸੀਂ ਇੱਕ ਦੂਜੇ ਨੂੰ ਕਿ ਆਪਣੇ ਆਪ ਨੂੰ ਹੀ ਅੱਗੇ ਵਧਾਉਣ 'ਚ ਲਗਾਈਏ ਤੇ ਬਹੁਤ ਅੱਗੇ ਨਿਕਲ ਜਾਵਾਂਗੇ, ਕਿਉਂਕਿ ਇਹ ਤੇ ਦੁਨੀਆ ਦਾ ਨਿਯਮ ਹੈ ਨਾ। ਮੇਰੇ ਅਜੀਜ਼ ਬਹੁਤ ਪਿਆਰੇ ਵੀਰ ਭਾਈ ਜਸਪ੍ਰੀਤ ਸਿੰਘ ਜੀ ਹਜੂਰੀ ਰਾਗੀ ਮੇਰੇ ਪਿੰਡ ਵੀ ਆਏ ਤੇ ਬਹੁਤ ਇੱਜ਼ਤ ਸਤਿਕਾਰ ਦਿੰਦੇ ਨੇ, ਮਾਣ। ਭਾਈ ਸਾਹਿਬ ਅੱਜ ਸਾਇੰਸ ਨੇ ਵੀ ਮੰਨ ਲਿਆ, ਮਨੋਵਿਗਿਆਨੀਆਂ ਨੇ ਵੀ ਮੰਨ ਲਿਆ ਕਿ ਜੇ ਕਿਤੇ ਤੁਹਾਡੇ ਬਾਰੇ ਕੋਈ ਬਹੁਤ ਚੰਗਾ ਸੋਚਦਾ ਹੈ, ਤੁਹਾਡਾ ਭਲਾ ਸੋਚਦਾ ਹੈ, ਪਰ ਤੁਸੀਂ ਅੰਦਰੋਂ ਉਹਦਾ ਬੜੇ ਤਾਣ ਨਾਲ ਜ਼ੋਰ ਨਾਲ ਬੁਰਾ ਸੋਚਦੇ ਜਾ ਰਹੇ ਹੋ, ਤੇ ਪ੍ਰਕਿਰਤੀ ਦਾ ਨਿਯਮ ਐਸਾ ਹੈ ਕਿ ਫਿਰ ਧੀਰੇ ਧੀਰੇ ਉਹਦੇ ਅੰਦਰ ਵੀ ਬੁਰਾਈ ਆਣੀ ਆਰੰਭ ਹੋ ਜਾਂਦੀ ਹੈ। ਤੁਸੀਂ ਉਹਦਾ ਬੁਰਾ ਕਰਨਾ ਚਾਹ ਰਹੇ ਹੋ ਤੇ ਧੀਰੇ ਧੀਰੇ ਉਹ ਵੀ ਤੁਹਾਨੂੰ ਨਹੀਂ ਛੱਡਦਾ, ਤੁਹਾਡਾ ਬੁਰਾ ਕਰਦਾ ਹੈ। ਪਰ ਜੇ ਕਿਤੇ ਤੁਹਾਡਾ ਕੋਈ ਬੁਰਾ ਵੀ ਸੋਚ ਰਿਹਾ ਹੈ, ਤੁਸੀਂ ਉਸ ਤੋਂ ਵੱਧ ਤਾਣ ਨਾਲ ਉਹਦਾ ਭਲਾ ਸੋਚਣਾ ਆਰੰਭ ਕਰ ਦਿਓ ਨਾ, ਤੇ ਰੋਜ਼ ਭਲਾ ਸੋਚੋ, ਤੇ ਇੱਕ ਦਿਨ ਉਹਦੇ ਵਿੱਚੋਂ ਵੀ ਬੁਰਾਈ ਖਤਮ ਹੋਣੀ ਆਰੰਭ ਹੋ ਜਾਂਦੀ ਹੈ। ਉਹ ਤੁਹਾਡਾ ਭਲਾ ਸੋਚਣਾ
ਆਰੰਭ ਕਰ ਦਿੰਦਾ। ਸਾਨੂੰ ਤੇ ਹੁਕਮ ਹੈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਮੈਨੂੰ ਅੱਧੇ ਘੰਟੇ ਦਾ ਟਾਈਮ ਕਿਹਾ ਗਿਆ ਸੀ, ਪਰ 1 ਮਿੰਟ ਪਹਿਲਾਂ ਹੀ ਸਮਾਪਤੀ ਕਰਾਂ, ਗੱਲ ਯਾਦ ਆ ਗਈ। ਜਦ ਦਾਸ ਹੈਡਗੰਥੀ ਬੰਗਲਾ ਸਾਹਿਬ ਸੀ ਤੇ ਉਪਰਾਜੇਪਾਲ ਸਨ ਤੇਜਿੰਦਰ ਖੰਨਾ ਦਿੱਲੀ ਦੇ, ਤੇ ਜਦ ਕਾਮਨਵੈਲਥ ਗੇਮ ਹੋ ਰਹੇ ਸੀ ਤੇ ਓਪਨਿੰਗ ਸੈਰੀਮਨੀ ਤੇ ਉਦਘਾਟਨ ਤੇ ਜਿੱਥੇ ਵੱਡੀਆਂ ਹਸਤੀਆਂ ਨੂੰ ਬੁਲਾਇਆ ਸੀ, ਮੈਨੂੰ ਵੀ ਬੁਲਾਇਆ ਗਿਆ। ਤੇ ਉਹ ਆਪ ਜਦ ਬੋਲ ਰਹੇ ਸਨ ਨਾ, ਬੋਲਦਿਆਂ ਅਚਾਨਕ ਉਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਕਿ ਹੈਡਗੰਥੀ गुरुद्वारा बंगला साहब 2 मिनट के लिए बोलेंगे। अब 2 मिनट के लिए बोलेंगे, मैनू दसिया थोड़ी गया सी कि बोलना है, तो उत्थे कथा भी नहीं करनी कोई, क्योंकि उत्थे ते हर देश के खिडारी बैठे ने, उन्हों की लैंगवेज बोली अलग है। पर उत्थे क्योंकि ट्रांसलेटर मौजूद सीगा जो अर्थ करके इंग्लिश दसी जा रहा सी, हुण अनाउंस हो गई सी ते उठ के जाना सी, ते सोचा की बोला, ते उदों ही ख्याल आ गया नानक नाम चढ़दी कला, तेरे भाणे सरबत दा भला। ते मैं जाके उत्थे हिंदी च बोल दिता कि गुरुदेव गुरु नानक देव साहब जी ने प्रकृति के इस नियम को समझा कि आप इसमें रहते हुए जो देते हो ना, वो कई गुना बढ़ के आपके पास वापस आता है। जैसे दीवार पे एक गेंद मारो, बॉल मारो, जितनी तेजी से मारते हो उससे ज़्यादा तेजी से आपकी तरफ आती है। जिस तरह खूह हुंदा ना कुआं, ਉਹਦੇ ਚ ਮੂੰਹ ਪਾ ਕੇ ਜਿਹੋ ਜੇ ਬੋਲ ਬੋਲੋ, ਗੰਦੇ ਬੋਲੋ ਭਾਵੇਂ ਚੰਗੇ ਬੋਲੋ, ਉਸ ਤੋਂ ਵੱਧ ਤੇਜ਼ੀ ਨਾਲ ਤੁਹਾਡੇ ਵੱਲ ਵਾਪਸ ਆਉਂਦੇ ਨੇ। ਧਰਤੀ 'ਚ ਇੱਕ ਬੀਜ ਪਾਉਂਦੇ ਹੋ ਤੇ ਕਈ ਬੀਜ ਤੁਹਾਨੂੰ ਵਾਪਸ ਮਿਲਦੇ ਨੇ। ਬਿਲਕੁਲ ਇਉਂ ਸੰਸਾਰ ਦੇ 'ਚ ਰਹਿੰਦਿਆਂ ਹੋਇਆਂ ਜੇ ਤੁਸੀਂ ਕਿਸੇ ਦਾ ਬੁਰਾ ਕਰਦੇ ਹੋ ਜਾਂ ਬੁਰਾ ਸੋਚਦੇ ਹੀ ਹੋ ਤੇ ਤੁਹਾਡਾ ਕਈ ਗੁਣਾ ਵੱਧ ਕੇ ਬੁਰਾ ਹੁੰਦਾ ਹੈ। ਪਰ ਜੇ ਤੁਸੀਂ ਕਿਸੇ ਦਾ ਭਲਾ ਕਰਦੇ ਹੋ ਤੇ ਸੋਚਦੇ ਹੋ ਤੇ ਤੁਹਾਡਾ ਕਈ ਗੁਣਾ ਵੱਧ ਕੇ ਭਲਾ ਹੁੰਦਾ ਏ। ਇਸ ਕਰਕੇ ਜਿੰਨੇ ਵੀ ਖਿਡਾਰੀ ਆਏ ਨੇ, ਅਸੀਂ ਸਭ ਦਾ ਭਲਾ ਸੋਚਦੇ ਹਾਂ, ਕਿਉਂਕਿ ਸਾਨੂੰ ਸਿਧਾਂਤ ਹੈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਤੇ ਜੇ ਅਸੀਂ ਸਭ ਦਾ ਭਲਾ ਸੋਚਾਂਗੇ ਤੇ ਸਾਡੇ ਦੇਸ਼ ਦੇ ਖਿਡਾਰੀਆਂ ਦਾ ਵੱਧ ਕੇ ਭਲਾ ਹੋਵੇਗਾ। ਬਸ ਸਿਧਾਂਤ ਇਹੀ ਅਪਣਾਉਣਾ ਹੈ। इतनी क सेवा प्रबंध करना, बेअंत होइया भुल्लां बख्श लैना। दिल्ली से गुरुद्वारा प्रबंधक कमेटी के मैंबर साहिबान सरदार गुरमीत सिंह जी भाटिया जी, होर मैंबर साहिबान, वीर सारी शख्सियतां पहुँचिया ने। जी आयां नूं मैं दिलों धन्नवादी हाँ। लबाना निष्काम सेवक जथे दा, सरबत साध संगत दा, आप सब ਲਈ ਸਾਂਝੇ ਤੌਰ 'ਤੇ ਅਰਦਾਸ ਹੈ, ਤੇਗ ਬਹਾਦਰ ਸਿਮਰਿਆ ਹਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਵੀਰ ਪੂਰਨ ਸਿੰਘ ਜੀ ਤੇ ਚਰਨਜੀਤ ਸਿੰਘ ਹੋਰ ਕਈ ਵੀਰ ਬੈਠੇ ਨੇ, ਮੈਂ ਸਭ ਦਾ ਧੰਨਵਾਦੀ ਹਾਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।